डेमोक्रेसी है, ਇੱਥੇ हर तरह ਦੀ ਦਾ ਬੰਦਾ महफूज हैगा। ਇੱਥੇ कोई किसी ਦੇ ਨਾਲ कोई गलत ਜਿਹੜਾ ਹੈਗਾ ਵਾ ਇਹੋ ਜਿਹਾ व्यवहार नहीं होएगा, क्योंकि मोदी जी की सरकार है। देश अगे बढ़ेगा। महात्मा गांधी जी ने भी यह कहा सीगा कि लाइन 'ਚ सब तो पिछे खड़े बंदे वास्ते काम करो। ਅੱਜ ਤੁਸੀਂ ਦੇਖੋ ਵੈਂਡਰਸ ਵਾਸਤੇ ਸਕੀਮ ਲਿਆਂਦੀ ਤੇ ਇਹਨਾਂ ਨੇ ਲੈ ਕੇ ਆਂਦੀ, ਕਿਸਾਨਾਂ ਵਾਸਤੇ ਸਕੀਮ ਲਿਆਂਦੀ ਤੇ ਇਹਨਾਂ ਨੇ ਲੈ ਕੇ ਆਂਦੀ। ਜਿਹੜਾ ਕਸ਼ਮੀਰ ਸਾਡੇ ਦੇਸ਼ ਤੋਂ ਇੱਕ ਅੱਡ ਹੋ ਕੇ ਖੜਾ ਸੀਗਾ, ਉਹਨੂੰ ਅਲੱਗ ਉਹਦੇ ਲਾਅ ਸੀਗੇ, ਅਲੱਗ ਉਹਨਾਂ ਦਾ ਝੰਡਾ ਸੀਗਾ, ਅਲੱਗ ਉਹਨਾਂ ਦੀ ਉਹ ਜਿਹੜੀ ਹੈਗੀ ਹੈ ਅਸੈਂਬਲੀ ਸੀਗੀ। ਅੱਜ ਉਹ ਸਾਰੇ ਨੂੰ ਹਿੰਦੁਸਤਾਨੀ ਲਾਜ਼ ਦੇ ਨਾਲ ਬਰਾਬਰ ਕਰਕੇ 370 ਨੂੰ ਖਤਮ ਕੀਤਾ। ਸੀਏਏ ਨੂੰ ਲਿਆ ਕੇ ਜਿਤਨੇ ਆਪਣੇ ਹਿੰਦੁਸਤਾਨੀ ਜਿਹੜੀ ਆਜੂ ਬਾਜੂ ਵਾਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੇ ਉਹ ਰਹਿ ਗਏ ਸੀਗੇ, ਜਿਨ੍ਹਾਂ ਦੇ ਨਾਲ ਗਲਤ ਵਿਵਹਾਰ ਹੋ ਰਿਹਾ ਸੀ, ਉਹਨਾਂ ਨੂੰ ਵੀ ਇੱਥੇ ਜਿਹੜਾ ਹੈਗਾ ਵਾਪਸ ਉਹਨਾਂ ਨੂੰ ਇੱਕ ਦੇਸ਼ ਦੀ ਨਾਗਰਿਕਤਾ ਦੇਣ ਦਾ ਕੰਮ ਕੀਤਾ। ਉਹਦਾ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ, ਪੂਰਾ ਦੇਸ਼ ਪਰੇਸ਼ਾਨ ਹੈ। ਜਿੱਥੇ ਮੋਦੀ ਜੀ ਨੇ ਕਰੋਨਾ ਕਾਲ ਵਿੱਚ ਲੋਕਾਂ ਦਾ ਸਾਥ ਦਿੱਤਾ, ਲੋਕਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਥਾਲੀ ਵਜਾਓ, ਤਾਲੀ ਵਜਾਓ, ਇਹ ਸਭ ਕਰੋ, ਇੱਕਦਮ ਅਜਿਹਾ ਕੀ ਹੋਇਆ ਕਿ ਸਾਰਾ ਜਿਹੜਾ ਦੇਸ਼ ਹੈ ਮੋਦੀ ਜੀ ਦੇ ਖਿਲਾਫ ਹੋ ਗਿਆ? ਕੀ ਅਜਿਹਾ ਹੋਇਆ, ਕੀ ਗਲਤੀ ਹੋ ਗਈ ਮੋਦੀ ਜੀ ਤੋਂ? ਤਾਂ ਇਸ ਖਾਸ ਮੌਕੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਲੀਡਰ ਸੰਜੇ ਟੰਡਨ ਜੀ। ਉਹਨਾਂ ਨਾਲ ਖਾਸ ਗੱਲਬਾਤ ਕਰਦੇ ਤੇ ਉਹਨਾਂ ਦੇ ਵਿਚਾਰ ਜਾਣਦੇ ਹਾਂ। ਸੰਜੇ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਵੀ NRI ਤੇ। ਧੰਨਵਾਦ ਜੀ, ਤੁਸੀਂ ਅੱਜ ਖਾਸ ਤੌਰ ਦੇ ਉੱਤੇ ਇਸ ਗੱਲ ਨਾਲ ਡਿਸਕਸ ਕਰਨ ਲਈ ਆਏ, ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ। ਲੇਕਿਨ ਤੁਸੀਂ ਇੱਕ ਜਿਹੜੀ ਗੱਲ ਕਹਿ ਰਹੇ ਹੋ ਕਿ ਜੀ ਇਹੋ ਜਿਹੀ ਕੀ ਗੱਲ ਹੋਈ ਕਿ ਜੀ ਮੋਦੀ ਜੀ ਤੋਂ ਲੋਕੀ ਨਾਰਾਜ਼ ਹੋ ਗਏ ਨੇ, ਮੈਂ ਨਹੀਂ ਇਹ ਸੋਚਦਾ ਕਿ ਇਹੋ ਜਿਹੀ ਕੋਈ ਗੱਲ ਹੈਗੀ ਹੈ ਕਿ ਤੁਹਾਡੀ ਆਪਣੀ ਜਿਹੜੀ ਹੈ ਤੁਹਾਨੂੰ ਆਪਣੀ ਸਟੇਟਮੈਂਟ ਜਿਹੜੀ ਹੈ ਰਿਵਾਈਜ਼ ਕਰਨੀ ਚਾਹੀਦੀ ਹੈ। ਇਹੋ ਜਿਹਾ ਕੋਈ ਚੀਜ਼ ਹੋਈ ਨਹੀਂ ਹੈ ਕਿ ਉਹਨਾਂ ਤੋਂ ਕੋਈ ਨਾਰਾਜ਼ ਹੋਏ ਹੋਣ। ਜੋ ਜਿਸ ਤਰੀਕੇ ਦੇ ਨਾਲ ਜਿਹੜੀ ਕਿਸਾਨਾਂ ਵਾਸਤੇ ਸਾਡੀ ਹੁਣ NDA ਦੀ ਸਰਕਾਰ ਨੇ ਔਰ ਇਸ ਤੋਂ ਪਹਿਲੇ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਨੇ ਕਿਸਾਨਾਂ ਵਾਸਤੇ ਜਿਹੜਾ ਕਾਰਡ ਇਸ਼ੂ ਕੀਤਾ, ਜਿਹੜਾ ਕਿਸਾਨ ਦਾ ਕਾਰਡ, ਉਹ NDA ਦੀ ਸਰਕਾਰ ਨੇ ਕੀਤਾ। ਸੋਇਲ ਹੈਲਥ ਕਾਰਡ ਇਸ਼ੂ ਕੀਤਾ ਤੇ ਉਹ ਮੋਦੀ ਜੀ ਦੀ ਸਰਕਾਰ ਨੇ ਕੀਤਾ। ਕਿਸਾਨ सम्मान निधि ਜਿਹਦੇ ਵਿੱਚ 2-2 ਹਜ਼ਾਰ ਦੀਆਂ 3 ਕਿਸ਼ਤਾਂ ਦਿੱਤੀਆਂ, 10 ਕਰੋੜ ਤੇ 59 ਲੱਖ ਕਿਸਾਨਾਂ ਨੂੰ 6000 ਰੁਪਈਆ ਉਹਨਾਂ ਦੇ ਖਾਤੇ ਦੇ ਵਿੱਚ ਪਹੁੰਚਿਆ ਤੇ ਉਹ ਕੰਮ ਮੋਦੀ ਜੀ ਦੀ ਸਰਕਾਰ ਨੇ ਕੀਤਾ। ਨੀਮ ਕੋਟਡ ਜਿਹੜਾ ਹੈਗਾ ਯੂਰੀਆ, ਉਹ ਜਿਹੜਾ ਇਸ਼ੂ ਕੀਤਾ। ਹੁਣ ਤੱਕ UPA ਦੀ ਸਰਕਾਰਾਂ ਦੇ ਵਿੱਚ ਹੁੰਦਾ ਸੀਗਾ ਕਿ ਯੂਰੀਆ ਦੇ ਵਾਸਤੇ ਲੜਾਈ ਹੁੰਦੀ ਸੀ, ਝਗੜੇ ਹੁੰਦੇ ਸੀਗੇ, ਲੇਕਿਨ ਉਹ ਨੀਮ ਕੋਟਡ ਹੋਣ ਕਰਕੇ ਕੋਈ ਉਹਦੀ ਬਲੈਕ ਮਾਰਕੀਟਿੰਗ ਨਹੀਂ ਕਰ ਸਕਦਾ। ਇਸ ਲਈ ਉਹ ਜਿਹਾ ਯੂਰੀਆ ਆਇਆ ਤੇ ਉਹ ਜਿਹੜੀ ਹੈਗੀ ਹੈ ਮੋਦੀ ਜੀ ਦੀ ਸਰਕਾਰ ਨੇ ਉਹਨੂੰ ਇਸ਼ੂ ਕੀਤਾ, ਤਾਂ ਉਹਨਾਂ ਦੇ ਜਾ ਕੇ ਫਾਇਦੇ ਹੋਏ। ਕਿਸਾਨਾਂ ਦੀ ਫਸਲ ਬੀਮਾ ਯੋਜਨਾ, ਜੇ ਉਹ ਐਡੀ ਵੱਡੀ ਯੋਜਨਾ ਜਿਹਦੇ ਵਿੱਚ 17,400 ਕਰੋੜ ਦਾ ਲੋਕਾਂ ਨੇ ਉਹਦੇ 'ਚ ਪੈਸੇ ਦੇ ਕੇ ਬੀਮਾ ਕਰਾਇਆ ਤੇ ਉਸ ਬੀਮੇ ਦੇ ਉੱਤੇ 87,000 ਕਰੋੜ ਦੇ ਹੁਣ ਤੱਕ ਜਿਹੜੀ ਹੈਗੀ ਹੈ ਪੇਮੈਂਟ ਕਰ ਬੈਠੇ ਹੈਗੇ, ਉਹ ਕੀਤਾ ਤੇ ਇਹ ਵੀ ਮੋਦੀ ਜੀ ਦੀ ਸਰਕਾਰ ਨੇ ਉਹਨਾਂ ਵਾਸਤੇ ਕੀਤਾ। ਅੱਜ 1 ਲੱਖ ਕਰੋੜ ਦਾ ਜਿਹੜਾ ਪਿਛਲੇ ਬਜਟ ਦੇ ਵਿੱਚ ਜਿਹੜਾ ਕਿਸਾਨਾਂ ਵਾਸਤੇ ਇਨਫਰਾਸਟ੍ਰਕਚਰ ਬਣਾਉਣ ਦਾ ਕੰਮ ਜਿਹੜਾ ਹੈ ਉਹ ਮੋਦੀ ਜੀ ਦੀ ਸਰਕਾਰ ਨੇ ਕੀਤਾ। ਇਹੋ ਜਿਹਾ ਕੋਈ ਵਿਰੋਧੀ ਕੰਮ ਜਿਹੜਾ ਹੈ ਉਹ ਲੋਕੀ ਉਹਨੂੰ ਨਾਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਭਾਰਤੀ ਜਨਤਾ ਪਾਰਟੀ ਤੇ ਨਾਲ ਹੀ ਨਰਿੰਦਰ ਮੋਦੀ ਜੀ ਕਿਸਾਨਾਂ ਦੀ ਤਰੱਕੀ ਵਾਸਤੇ ਪੂਰੇ ਵਚਨਬੱਧ ਨੇ। ਉਹਨਾਂ ਨੇ ਤੇ ਇੱਥੋਂ ਤੱਕ ਆਖਿਆ 2022 ਤੱਕ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋ ਸਕੇ। ਉਹਦੇ ਵਾਸਤੇ ਜਿਹੜੀ ਸਵਾਮੀਨਾਥਨ ਰਿਪੋਰਟ ਸੀਗੀ ਉਹਦੇ ਮੁਤਾਬਕ ਆਪਣੀ ਲਗਾਈ ਦੇ ਉੱਤੇ 150% ਬੰਦੇ ਦੀ ਇਨਕਮ ਹੋ ਸਕੇ, ਇਹੋ ਜਿਹਾ ਵੀ ਕੰਮ ਕਰਕੇ ਦਿਖਾਇਆ ਤੇ ਮੋਦੀ ਜੀ ਦੀ ਸਰਕਾਰ ਨੇ ਕੰਮ ਕਰਕੇ ਦਿਖਾਇਆ। ਜਿਹੜੇ ਆ 3 ਜਿਹੜੇ ਕਾਨੂੰਨ ਵੀ ਜਿਹੜੇ ਹੁਣ ਲਿਆਂਦੇ ਗਏ ਨੇ, ਇਹ ਕਾਨੂੰਨ ਵੀ, ਇਹ ਕਾਨੂੰਨਾਂ ਦੇ ਵਿੱਚ ਵੀ ਕਿਸਾਨਾਂ ਦੀ ਤਰੱਕੀ ਦਾ ਰਾਜ ਛੁਪਿਆ ਹੋਇਆ। ਜਿਹੜੇ ਕਿਸਾਨ ਹੁਣ ਤੱਕ ਆਪਣੇ ਏਰੀਆ ਦੇ ਇਲਾਵਾ ਕਿਤੇ
ਆਪਣਾ ਸਮਾਨ ਪ੍ਰੋਡਿਊਸ ਨਹੀਂ ਵੇਚ ਸਕਦੇ ਸੀਗੇ, ਉਹਨਾਂ ਵਾਸਤੇ ਮੰਡੀਆਂ ਪੂਰੀਆਂ ਖੋਲ੍ਹ ਦਿੱਤੀਆਂ ਗਈਆਂ। ਔਰ ਸਾਰੇ ਪਾਸਿਓਂ ਕਿਤੇ ਵੀ ਜਾ ਕੇ ਇੱਥੋਂ ਤੱਕ ਕਿ ਜਿਹਨੂੰ ਕਿਹਾ ਜਾਂਦਾ ਹੈ ਕਿ ਇੱਕ ਦੇਸ਼ ਇੱਕ ਮੰਡੀ, ਇਹ ਕੰਮ ਕਰਕੇ ਦਿਖਾਇਆ। ਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕਰਕੇ ਦਿਖਾਇਆ, ਇਹ ਕਿਸਾਨਾਂ ਦੇ ਕਾਨੂੰਨ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਬਣਾ ਕੇ ਉਹਨਾਂ ਨੂੰ ਦੇਣ ਦਾ ਕੰਮ, ਉਹਦੇ ਹਿਸਾਬ ਦੇ ਨਾਲ ਕਿ ਵੀ ਤੁਸੀਂ ਆਪਣੇ ਪ੍ਰੋਡਿਊਸ ਦੇ ਵਿੱਚ ਜਿਹਦੇ ਨਾਲ ਚਾਹੋ ਤੁਸੀਂ ਆਪਣਾ ਕਰਾਰ ਕਰ ਸਕਦੇ ਹੈਗੇ ਹੋ। ਜੇ ਉਹ ਤੁਹਾਨੂੰ ਪੇਮੈਂਟ ਨਾ ਕਰਨ ਤੇ ਤੁਹਾਨੂੰ ਐਸਡੀਐਮ ਕੋਲ ਤੁਸੀਂ ਉੱਥੇ ਉਹਨੂੰ ਸ਼ਿਕਾਇਤ ਕਰ ਸਕਦੇ ਹੈਗੇ ਹੋ। ਸਾਰੇ ਪ੍ਰਾਵਧਾਨ ਵੀ ਉਹਦੇ ਵਿੱਚ ਲਿਆ ਕੇ ਦਿੱਤੇ। ਕੁਝ ਲੋਕਾਂ ਨੂੰ ਇਹ ਗੱਲ ਨੂੰ ਸਮਝਣ ਦੇ ਵਿੱਚ ਉਹਦੇ ਵਿੱਚ ਲੱਗ ਰਿਹਾ ਕਿ ਥੋੜਾ ਜਿਹਾ ਟਾਈਮ ਲੱਗ ਰਿਹਾ, ਲੇਕਿਨ ਮੈਨੂੰ ਇਸ ਚੀਜ਼ ਦੀ ਪੂਰੀ ਆਸ ਹੈ ਕਿ ਮੋਦੀ ਜੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਤਰੱਕੀ ਵਾਸਤੇ ਕੰਮ ਕਰ ਰਹੇ ਆ, ਔਰ ਇਹ ਜਿਹੜੇ ਲੋਕਾਂ ਨੂੰ ਥੋੜੀ ਇਹਨੂੰ ਸਮਝਣ ਦੀ ਕਿਤੇ ਭੂਲ ਲੱਗ ਰਹੀ ਹੈ, ਉਹ ਭੂਲ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਉਹ ਵੀ ਖਤਮ ਹੋਏਗੀ ਔਰ ਇਹਦਾ ਰਸਤਾ ਜਿਹੜਾ ਹੈ ਸਾਫ਼ ਹੋ ਕੇ ਪੂਰਾ ਨਿਕਲੇ। ਕੀ ਸੰਜੇ ਜੀ ਇਹਦਾ ਜਿਹੜਾ ਸਿੱਟ ਹੈ ਉਹ ਲੜਾਈ ਝਗੜਾ ਹੀ ਐਦਾਂ ਇੰਜ ਉਹ ਬੈਠੇ ਨੇ ਧਰਨੇ ਤੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਸਭ ਕੁਝ ਮੋਦੀ ਜੀ ਨੇ ਕੀਤਾ ਹੈ, ਉਹਨਾਂ ਨੂੰ ਬਾਰ-ਬਾਰ ਕੋਸੀ ਜਾ ਰਹੇ ਨੇ, ਜੀਓ ਦੇ ਸਟੋਰ ਬੰਦ ਕਰਵਾਈ ਜਾ ਰਹੇ ਨੇ, ਬਹੁਤ ਕੁਝ ਕਹਿ ਰਹੇ ਨੇ ਉਹ ਕਿ ਜੋ ਕੁਝ ਕਰ ਰਹੇ ਨੇ ਇਹ ਮੋਦੀ ਸਰਕਾਰ ਹੀ ਕਰ ਰਹੀ ਹੈ। ਕਿ ਜਿਹੜਾ ਟਾਰਗੇਟ ਬਣਾਇਆ ਜਾ ਰਿਹਾ ਸਿਰਫ ਮੋਦੀ ਸਰਕਾਰ ਨੂੰ ਹੀ ਬਣਾਇਆ ਜਾ ਰਿਹਾ, ਹੋਰ ਕਿਸੇ ਨੂੰ ਕਿਉਂ ਨਹੀਂ ਟਾਰਗੇਟ ਕਰੇ? ਮੋਦੀ ਸਰਕਾਰ ਨੂੰ ਹੀ ਕਿਉਂ ਜਿਹੜਾ ਟਾਰਗੇਟ ਹੈ ਕੀਤਾ ਜਾ ਰਿਹਾ? ਨਹੀਂ, ਟਾਰਗੇਟ ਦੀ ਗੱਲ ਇਹ ਤੇ ਜਿਹੜੇ ਕੋਈ ਇਹੋ ਜਿਹੀ ਗੱਲ ਕਰਦੇ ਹੋਣ ਉਹ ਇਸ ਗੱਲ ਦਾ ਜਵਾਬ ਦੇ ਸਕਦੇ ਹੈਗੇ ਆ। ਉਹਦਾ ਜਵਾਬ ਮੈਂ ਕੀ ਦੇ ਸਕਦਾ? ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਜੋ ਇਹ ਕਾਨੂੰਨਾਂ ਦੇ ਵਿੱਚ ਜਿਹੜੇ ਪ੍ਰੋਵੀਜ਼ਨ ਹੈਗੇ ਆ, ਉਹ ਪ੍ਰੋਵੀਜ਼ਨ ਕਿਸਾਨਾਂ ਵਾਸਤੇ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਦੂਜੀ ਬੜੀ ਵੱਡੀ ਇਹਦੇ ਵਿੱਚ ਚੀਜ਼ ਹੈ ਕਿ ਹੁਣ ਤੱਕ ਜਿਹੜੀਆਂ ਚੀਜ਼ਾਂ ਕਾਨੂੰਨ ਦੇ ਤੋਂ ਆਉਣ ਤੋਂ ਪਹਿਲੇ ਜੋ ਸੀਗੀ, ਚਾਹੇ APMC ਸੀਗੀ, ਜਿਹੜੀਆਂ ਮੰਡੀਆਂ, ਉਹ ਮੰਡੀਆਂ ਇੰਝ ਹੀ ਰਹਿਣਗੀਆਂ। ਚਾਹੇ ਜਿਹੜਾ MSP ਸੀਗਾ, ਉਹ MSP ਅੱਜ ਵੀ ਹੈਗਾ ਹੈ ਤੇ ਕੱਲ ਵੀ ਉਹ MSP ਰਹੇਗਾ। ਜੇ ਕਿਸੇ ਨੂੰ ਪੁਰਾਣੀ ਚੀਜ਼ ਦੇ ਨਾਲ ਇੱਕ ਨਵੀਂ ਚੀਜ਼ ਵੀ ਸਾਹਮਣੇ ਦਿਖਾਤੀ ਜਾਂਦੀ ਹੈ ਔਰ ਉਹਨੂੰ ਇਹ ਆਖਿਆ ਜਾਂਦਾ ਹੈ ਕਿ ਭਾਈ ਤੂੰ ਪੁਰਾਣੇ ਸਿਸਟਮ ਤੇ ਭਾਵੇਂ ਕਰੀ ਜਾ ਜਾਂ ਨਵੇਂ ਸਿਸਟਮ ਦੇ ਉੱਤੇ ਕਰ ਲੈ, ਇਹ ਵਾਲੀ ਤੇਰੇ ਵਾਸਤੇ ਚੁਆਇਸ ਦੇ ਦਿੱਤੀ। ਇਸ ਚੁਆਇਸ ਨੂੰ ਜਿਹਨੂੰ ਠੀਕ ਲੱਗਦਾ ਉਹ ਇਸ ਚੁਆਇਸ ਨੂੰ ਲਵੇ, ਜਿਹਨੂੰ ਨਹੀਂ ਠੀਕ ਲੱਗਦਾ ਉਹ ਪੁਰਾਣੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਰਹੇ। ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਵੀ ਕਿਸੇ ਓਰੀਜਨਲ ਕੋਈ ਕਿਸਾਨ ਨੂੰ ਇਹਦੇ ਬਾਰੇ ਕੋਈ ਇਹਦੇ ਬਾਰੇ ਕੋਈ ਸ਼ੁਬਾ ਹੋਏਗਾ। ਕੋਈ ਲੋਕ ਉਹਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਆ। ਉਹ ਹੁੰਦਾ ਕਿ ਇਹ 2-4 ਦਿਨ ਇਹ ਚੀਜ਼ ਚੱਲਦੀ ਹੈ, ਲੇਕਿਨ ਮੋਟੇ ਤੌਰ ਤੇ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਮੋਦੀ ਜੀ ਵਰਗਾ ਆਦਮੀ ਜਿਹੜਾ ਹੈ ਉਹ ਜਨਤਾ ਤੇ ਉਹ ਜਿਹੜਾ ਕਿਸਾਨਾਂ ਦੀ ਸਰਕਾਰ ਜਿਹੜੀ ਇੱਕ ਤਰ੍ਹਾਂ ਦੀ ਚਲਾਉਣ ਵਾਲਾ ਬੰਦਾ, ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਕਦੀ ਵੀ ਨਹੀਂ ਜਾ ਸਕਦਾ। ਕੁਝ ਦਿਨ ਪਹਿਲਾਂ BJP ਦਫ਼ਤਰ ਦਾ ਵੀ ਘੇਰਾਵ ਕੀਤਾ ਗਿਆ ਸੀ। ਕੀ ਉਹ ਵਾਕਈ ਚ ਕਿਸਾਨਾਂ ਲਈ ਕਰ ਰਹੇ ਸੀ ਜਾਂ ਸਿਰਫ ਇੱਕ ਪਬਲਿਸਿਟੀ ਏਜੰਡਾ ਜਾਂ ਸਟੰਟ ਇਸ ਨੂੰ ਕਿਹਾ ਜਾ ਸਕਦਾ ਹੈ? ਦੇਖੋ, ਇਹ ਤੇ ਜਿਹੜੀਆਂ ਵਿਪਕਸ਼ੀ ਪਾਰਟੀਆਂ ਹੈ ਉਹਨਾਂ ਨੇ ਆਪਣਾ ਏਜੰਡਾ ਕੱਢ ਕੇ ਵੀ ਦੂਸਰੇ ਪਾਸੇ ਜਾ ਕੇ ਦੂਸਰੇ ਦੀ ਪਾਰਟੀ ਦੇ ਦਫ਼ਤਰ ਦੇ ਗਾਂਹ ਜਾ ਕੇ ਉਹ ਆਪਣੀ ਗੱਲ ਰੱਖਣ, ਉਹਨਾਂ ਨੇ ਉਹਨੂੰ ਯੂਜ਼ ਕਰਨ ਦਾ ਕੋਸ਼ਿਸ਼ ਕੀਤਾ। ਉੱਥੇ ਜਿਹੜੇ ਬੰਦੇ ਆਏ ਉਹਨਾਂ 'ਚ ਕੋਈ ਕਿਸਾਨ ਥੋੜੀ ਸੀਗਾ, ਉਹ ਤੇ ਸਾਰੇ ਕਾਂਗਰਸ ਦੇ ਕਾਰਜਕਰਤਾ ਸੀਗੇ। ਇੱਥੇ ਜਿਹੜਾ 17 ਸੈਕਟਰ 'ਚ ਪ੍ਰੋਗਰਾਮ ਹੋਇਆ, ਸ਼ਾਇਦ ਤੁਸੀਂ ਦੇਖਿਆ ਹੋਵੇ, ਸਾਰੇ ਕਾਂਗਰਸੀ ਉੱਥੇ ਪਹੁੰਚੇ ਦੇ ਸੀਗੇ। ਉੱਥੇ ਜਿਹੜੇ ਦੂਸਰੇ 2-4 ਜਿਹੜੇ ਉਹ ਸਟੂਡੈਂਟ ਵਿੰਗ ਦੇ ਬੰਦੇ ਖੜੇ ਸੀ, ਉਹਨਾਂ ਨੇ ਵਾਪਸ ਭੇਜਿਆ, ਕਹਿੰਦੇ ਜੀ ਤੁਸੀਂ ਕੀ ਕਰਨ ਆਏ ਹੈਗੇ ਹੋ। ਤਾਂ ਇਹ ਤੇ ਕਾਂਗਰਸ ਆਪਣੀਆਂ ਰੋਟੀਆਂ ਸੇਕਣ ਦਾ ਕੰਮ ਜ਼ਰੂਰ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਉਹਨਾਂ ਨੇ ਕਾਮਯਾਬ ਨਹੀਂ ਹੋਣਾ। ਥੋੜਾ ਪੋਲੀਟੀਕਲ ਕੈਰੀਅਰ ਦੀ ਗੱਲ ਕਰਦਾ, ਜਿੱਦਾਂ ਚੰਗੇ ਕੰਮ ਤਾਂ ਗਿਣਦੇ ਹੈ ਨਹੀਂ, BJP ਨੇ ਚੰਗੇ ਕੰਮ ਕੀਤੇ। ਤੁਸੀਂ 1991 ਤੋਂ ਆਪਣੇ ਸ਼ੁਰੂਆਤ ਕੀਤੀ ਹੈ ਪੋਲੀਟੀਕਲ ਕੈਰੀਅਰ ਦੀ। ਐਕਸਪੀਰੀਅੰਸ ਵਾਈਜ਼ ਕਿੱਦਾਂ ਹੈ? ਤੁਸੀਂ ਬੁੱਕ ਵੀ ਆਪਣੇ ਪਿਤਾ ਜੀ ਦੀ ਲਿਖੀ ਹੈ, ਇੱਕ ਪ੍ਰੇਰਕ ਚਰਿੱਤਰ, ਤੇ ਬਲਰਾਮ ਜੀ ਦਾ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਕੁ ਅਹਿਮ ਰੋਲ ਰਿਹਾ? ਕਿਉਂਕਿ ਪਿਤਾ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਇੱਕ ਬੇਟੇ ਦੀ ਜ਼ਿੰਦਗੀ ਵਿੱਚ। ਦੇਖੋ, ਇਹ ਤੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਪਣੇ ਉਹਦੇ ਵਾਸਤੇ ਚਾਨਣ ਮੁਨਾਰੇ ਹੁੰਦੇ ਨੇ। ਕੋਈ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹੈ, ਕੋਈ ਆਪਣੇ ਪਿਤਾ ਤੋਂ ਲੈਂਦਾ ਹੈ, ਕੋਈ ਮਾਂ ਤੋਂ ਲੈਂਦਾ ਹੈ, ਕੋਈ ਕਿਸੇ ਹੋਰ ਕੋਈ ਐਸੀ ਸ਼ਖਸੀਅਤ ਤੋਂ ਲੈਂਦਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਘਰ ਦੇ ਵਿੱਚ ਹੀ
ਮੈਨੂੰ ਆਪਣੇ ਪਿਤਾ ਜੀ ਤੋਂ ਇਹ ਸਮਝ ਲੈਣ ਦਾ ਮੌਕਾ ਮਿਲਿਆ, ਉਹਨਾਂ ਨੂੰ ਨੇੜੇ ਰਹਿ ਕੇ ਦੇਖਣ ਦਾ ਮੌਕਾ ਮਿਲਿਆ, ਉਹਨਾਂ ਦੀਆਂ ਸਿਖਾਈਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਚੱਲਣ ਦਾ, ਤੇ ਉਹਨਾਂ ਦੀ ਰੋਜ਼ ਇੱਕ ਤਰ੍ਹਾਂ ਦੀ ਉਹਨਾਂ ਤੋਂ ਇਸ ਚੀਜ਼ ਦੇ ਉੱਤੇ ਸਿੱਖਿਆ ਲੈਣ ਦਾ ਮੌਕਾ ਮੈਨੂੰ ਲਗਾਤਾਰ ਮਿਲਦਾ ਰਿਹਾ, ਜਿਹਦੇ ਕਰਕੇ ਸਾਨੂੰ ਇਸ ਮੌਕੇ ਮਿਲਣ ਕਰਕੇ ਸਾਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ, ਜਲਦੀ ਤੋਂ ਜਲਦੀ ਅੱਗੇ ਵਧਣ ਵਾਸਤੇ ਸਾਨੂੰ ਇਸ ਤਰੀਕੇ ਦਾ ਰਸਤਾ ਉਹਨਾਂ ਨੇ ਦਿਖਾਇਆ। ਜਿਹੜੀਆਂ ਅਸੀਂ ਉਹਨਾਂ ਦੇ ਜ਼ਿੰਦਗੀ ਦੀ ਸ਼ਖਸੀਅਤ ਦੇ ਉੱਤੇ ਕਿਤਾਬ ਲਿਖੀ, ਜਿਹੜੀ ਉਸ ਵੇਲੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਆਦਰਨੀय ਲਾਲ ਕ੍ਰਿਸ਼ਨ ਅਡਵਾਨੀ ਜੀ, ਉਹਨਾਂ ਨੇ ਉਸ ਕਿਤਾਬ ਨੂੰ ਰਿਲੀਜ਼ ਕੀਤਾ ਸੀਗਾ। ਫਿਰ ਉਸ ਕਿਤਾਬ ਤੋਂ ਅੱਗੇ ਫਿਰ ਅਸੀਂ 7 ਕਿਤਾਬਾਂ ਅਸੀਂ ਲਿਖੀਆਂ, ਜਿਹੜੀਆਂ ਇੰਸਪੀਰੇਸ਼ਨਲ ਸਟੋਰੀਜ਼ ਦੇ ਉੱਤੇ ਅਸੀਂ 7 ਕਿਤਾਬਾਂ ਲਿਖੀਆਂ। ਉਹ ਵੀ ਸਾਡੀਆਂ ਕਿਤਾਬਾਂ ਬੜੀ ਅੱਛੇ ਢੰਗ ਨਾਲ ਔਰ ਬੜੇ ਨੰਬਰ ਦੇ ਵਿੱਚ ਉਹ ਕਿਤਾਬਾਂ ਲੋਕੀ ਉਹਨੂੰ ਯੂਜ਼ ਕਰਕੇ ਆਪਣੇ ਲਾਈਫ ਦੇ ਵਿੱਚ ਉਹਦਾ ਫਾਇਦਾ ਲੈ ਰਹੇ ਨੇ। ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਉਸਦਾ ਫਾਇਦਾ ਲੋਕਾਂ ਨੂੰ ਮਹਿਸੂਸ ਹੋਏਗਾ, ਕਿਉਂਕਿ ਇੱਕ ਇੱਕ ਪੇਜ ਦੀ ਉਹ ਕਹਾਣੀਆਂ ਨੇ। ਤੇ ਦੁਨੀਆ ਦੇ ਵਿੱਚ ਅੱਜ ਜਿਹੜੇ ਪਿਛੜੇ ਹੋਏ ਜਿਹੜੇ ਲੋਕ, ਉਹਨਾਂ ਦੇ ਵਾਸਤੇ ਜਿਹੜੀ ਇਹ ਇੱਕ ਤਰੀਕੇ ਦੇ ਨਾਲ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੀ ਪਾਰਟੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਜੀ ਦਾ ਉਸ ਪਾਸੇ ਹੀ ਧਿਆਨ ਹੈਗਾ ਕਿ ਜਿਹੜੀ ਲਾਈਨ 'ਚ ਜਿਹੜਾ ਅੰਤਿਮ ਬੰਦਾ ਖੜਾ ਹੈ, ਸਭ ਤੋਂ ਅਖੀਰੀ ਤੇ, ਸਾਡੇ ਕਿਹਾ ਜਾਂਦਾ ਹੈ ਕਿ ਅੰਤੋਦੈ, ਅੰਤੋਦੈ ਦਾ ਮਤਲਬ ਹੈ ਅੰਤ 'ਚ ਖੜਾ ਜਿਹੜਾ ਬੰਦਾ ਉਹਦਾ ਉਦੈ ਹੋਏਗਾ ਤੇ ਦੇਸ਼ ਅੱਗੇ ਵਧੇਗਾ। ਮਹਾਤਮਾ ਗਾਂਧੀ ਜੀ ਨੇ ਵੀ ਇਹ ਕਿਹਾ ਸੀਗਾ ਕਿ ਲਾਈਨ 'ਚ ਸਭ ਤੋਂ ਪਿੱਛੇ ਖੜੇ ਬੰਦੇ ਵਾਸਤੇ ਕੰਮ ਕਰੋ। ਅੱਜ ਤੁਸੀਂ ਦੇਖੋ, ਵੈਂਡਰਸ ਵਾਸਤੇ ਸਕੀਮ ਲਿਆਂਦੀ ਤੇ ਇਹਨਾਂ ਨੇ ਲੈ ਕੇ ਆਂਦੀ, ਕਿਸਾਨਾਂ ਵਾਸਤੇ ਸਕੀਮ ਲਿਆਂਦੀ ਤੇ ਇਹਨਾਂ ਨੇ ਲੈ ਕੇ ਆਂਦੀ। ਜਿਹੜਾ ਕਸ਼ਮੀਰ ਸਾਡੇ ਦੇਸ਼ ਤੋਂ ਇੱਕ ਅੱਡ ਹੋ ਕੇ ਖੜਾ ਸੀਗਾ, ਉਹਨੂੰ ਅਲੱਗ ਉਹਦੇ ਲਾਅ ਸੀਗੇ, ਅਲੱਗ ਉਹਨਾਂ ਦਾ ਝੰਡਾ ਸੀਗਾ, ਅਲੱਗ ਉਹਨਾਂ ਦੀ ਉਹ ਜਿਹੜੀ ਹੈਗੀ ਹੈ ਅਸੈਂਬਲੀ ਸੀਗੀ। ਅੱਜ ਉਹ ਸਾਰੇ ਨੂੰ ਹਿੰਦੁਸਤਾਨੀ ਲਾਜ਼ ਦੇ ਨਾਲ ਬਰਾਬਰ ਕਰਕੇ 370 ਨੂੰ ਖਤਮ ਕੀਤਾ। CAA ਨੂੰ ਲਿਆ ਕੇ ਜਿਤਨੇ ਆਪਣੇ ਹਿੰਦੁਸਤਾਨੀ ਜਿਹੜੀ ਆਜੂ ਬਾਜੂ ਵਾਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੇ ਉਹ ਰਹਿ ਗਏ ਸੀਗੇ, ਜਿਨ੍ਹਾਂ ਦੇ ਨਾਲ ਗਲਤ ਵਿਵਹਾਰ ਹੋ ਰਿਹਾ ਸੀ, ਉਹਨਾਂ ਨੂੰ ਵੀ ਇੱਥੇ ਜਿਹੜਾ ਹੈਗਾ ਵਾਪਸ ਉਹਨਾਂ ਨੂੰ ਇੱਕ ਦੇਸ਼ ਦੀ ਨਾਗਰਿਕਤਾ ਦੇਣ ਦਾ ਕੰਮ ਕੀਤਾ। ਰਾਮ ਮੰਦਿਰ ਜਿਹੜਾ ਪਿਛਲੇ 500 ਸਾਲਾਂ ਤੋਂ ਜਿਹੜੀ ਇਹ ਗੱਲ ਚੱਲਦੀ ਜਾ ਰਹੀ ਸੀਗੀ ਵੀ ਮੰਦਿਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਬਣੇਗਾ, 500 ਸਾਲ ਹੋ ਗਏ ਸਾਡੇ ਇੱਕ ਹਰ ਜਿਹੜਾ ਹੈਗਾ ਹਿੰਦੁਸਤਾਨੀ ਦੇ ਘਰ ਦੇ ਵਿੱਚ ਹੀ ਨਹੀਂ, ਜਿਹਦੇ ਦਿਲਾਂ ਦੇ ਵਿੱਚ ਰਹਿਣ ਵਾਲੇ ਇਹੋ ਜਿਹੇ ਭਗਵਾਨ ਰਾਮ ਦਾ ਮੰਦਿਰ ਸਾਡੇ ਦੇਸ਼ 'ਚ ਬਣ ਨਹੀਂ ਸੀ ਪਾ ਰਿਹਾ। ਸਿਰਫ ਉਹਨੂੰ ਬਣਾਉਣ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ, ਲੇਕਿਨ ਨਾਲ ਹੀ ਨਾਲ ਸਾਰੀ ਉਹਨੂੰ ਕੋਰਟ ਦਾ ਪ੍ਰੋਸੀਜਰ ਨੂੰ ਉਹਦੇ ਥਰੂ ਪੂਰਾ ਕਰਕੇ ਤਾਂ ਉੱਥੇ ਜਾ ਕੇ ਉਹ ਕੰਮ ਜਿਹੜਾ ਹੈਗਾ ਸ਼ੁਰੂ ਕਰਾਉਣ ਦਾ ਕੰਮ ਕੀਤਾ। ਜਿਹੜੀਆਂ ਮੁਸਲਮਾਨ ਭੈਣਾਂ ਨੂੰ ਜਿਹੜਾ ਟ੍ਰਿਪਲ ਤਲਾਕ ਜਿਹੜਾ ਸੀਗਾ, ਉਹ ਦੁਨੀਆ 'ਚ ਵੱਡੀਆਂ ਜਿਹੜੀਆਂ ਮੁਸਲਿਮ ਕੰਟਰੀਜ਼ ਨੇ ਬੰਦ ਕਰ ਦਿੱਤਾ ਸੀਗਾ, ਲੇਕਿਨ ਕੋਈ ਹਿੰਮਤ ਨਹੀਂ ਸੀ ਕਰ ਰਿਹਾ ਕਿ ਇੱਥੇ ਦੇਸ਼ ਦੇ ਵਿੱਚ ਉਹਦੇ ਬਾਰੇ ਕੋਈ ਗੱਲ ਕਰੇ। ਉਸ ਗੱਲ ਨੂੰ ਕਰਕੇ ਦਿਖਾਇਆ ਤੇ ਨਰਿੰਦਰ ਮੋਦੀ ਜੀ ਨੇ ਕਰਕੇ ਦਿਖਾਇਆ। ਸੰਜੇ ਜੀ, ਜਿੱਦਾਂ ਤੋਂ ਪਹਿਲਾਂ ਮੈਂ ਪੁੱਛਿਆ ਸੀ ਕਿ 1991 ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਕੀ ਬਦਲਾਅ ਦੇਖਿਆ ਹੁਣ ਤੱਕ ਦੇਸ਼ ਵਿੱਚ 2020 ਵਿੱਚ? ਮੈਨੂੰ ਜਾਪਦਾ ਹੈ ਕਿ ਜਿਸ ਤਰ੍ਹਾਂ ਜੋ ਇੱਕ ਤਰ੍ਹਾਂ ਦੀਆਂ ਰਾਜਨੀਤੀ ਦੇ ਆਯਾਮ ਹੁੰਦੇ ਸੀਗੇ ਪੁਰਾਣੇ ਟਾਈਮ ਦੇ ਵਿੱਚ, ਅੱਜ ਜਿਹੜੀ ਹੈਗੀ ਹੈ ਉਹ ਉਸ ਢੰਗ ਦੇ ਨਾਲ, ਕਿਉਂਕਿ ਸਾਡੀ ਪਾਰਟੀ ਨੇ ਵਿਪਕਸ਼ 'ਚ ਕਾਫੀ ਸਾਲ ਕੰਮ ਕੀਤਾ। ਅੱਜ ਦਾ ਅਸੀਂ ਜਿਸ ਵੇਲੇ ਵਿਪਕਸ਼ ਦੇਖਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵਿਪਕਸ਼ ਜਿਸ ਤਰ੍ਹਾਂ ਉਹ ਸ਼ੋਰ ਪਾਉਣ ਜੋਗੀ ਹੀ ਇੱਕ ਪਾਰਟੀ ਰਹਿ ਗਈ। ਪਾਰਟੀ ਦੀ ਨਾ ਕੋਈ ਆਪਣੀ ਨੀਅਤ ਹੈ, ਨਾ ਉਹਨਾਂ ਦੀ ਕੋਈ ਨੀਤੀ ਨਜ਼ਰ ਆਉਂਦੀ ਹੈ। ਪਰਿਵਾਰ ਡੋਮੀਨੇਟਡ ਇੱਕ ਤਰੀਕੇ ਦੀ ਨੈਸ਼ਨਲ ਪਾਰਟੀ ਉਹ ਬਣ ਚੁੱਕੀ ਹੈ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਵੀ ਪਾਰਟੀਆਂ ਪਰਿਵਾਰਾਂ ਦੇ ਲੈਵਲ ਤੇ ਚੱਲ ਰਹੀਆਂ, ਉਹਨਾਂ ਦਾ ਕੋਈ ਭਵਿੱਖ ਜਿਹੜਾ ਹੈਗਾ ਉਹ ਇੰਨਾ ਵਧੀਆ ਨਹੀਂ ਅੱਗੇ ਹੋਣ ਵਾਲਾ। ਲੋਕੀ ਜਿਹੜੀ ਹੈ ਇਸ ਗੱਲ ਨੂੰ ਸਮਝਣ ਲੱਗ ਪਏ ਹੈ, ਲੋਕਾਂ ਨੂੰ ਇਹਨਾਂ ਦੀਆਂ ਉਹ ਸਮਝ ਆ ਰਹੀ ਹੈ ਕਿ ਜੇ ਕਿਸੇ ਆਦਮੀ ਦੇ ਵਿੱਚ ਕੋਈ ਉਹ ਹਿੰਮਤ ਹੋਏਗੀ, ਜੇ ਉਹਦੇ 'ਚ ਕੋਈ ਹੁਨਰ ਹੋਏਗਾ ਤੇ ਉਹ ਅੱਗੇ ਵੱਧ ਜਾਏ। ਲੇਕਿਨ ਜੇ ਉਹ ਹੈ ਹੀ ਨਹੀਂ, ਸਿਰਫ ਉਹਨੂੰ ਇਸ ਪਿੱਛੇ ਬਣਾ ਦਿੱਤਾ ਜਾਵੇ ਕਿ ਉਹ
ਕਿ ਉਹ ਕਿਸੇ ਉਹ ਕਿਨਾ ਫੈਮਿਲੀ ਦੀ ਚਲਾਈ ਹੋਈ ਪਾਰਟੀ ਦਾ ਉਹਦਾ ਹਿੱਸਾ ਹੈਗਾ ਤੇ ਉਹਦੇ ਕਰਕੇ ਹੁਣ ਜਨਤਾ ਉਹਨਾਂ ਨੂੰ ਨਕਾਰਨ ਲੱਗ ਪਈ ਹੈਗੀ ਹੈ। ਤਾਂ ਇਹ ਸਮਾਂ ਜਿਹੜੀਆਂ ਪਾਰਟੀਆਂ ਵਾਲੇ ਜਿਹੜੀਆਂ ਫੈਮਲੀਆਂ ਡੋਮੀਨੇਟਡ ਪਾਰਟੀਆਂ ਚੱਲ ਰਹੀਆਂ, ਮੈਨੂੰ ਲੱਗਦਾ ਉਹਨਾਂ ਵਾਸਤੇ ਇੱਕ ਖਾਤਮੇ ਦਾ ਸਮੇਂ ਸ਼ੁਰੂ ਹੋ ਗਿਆ। ਅੱਜ ਇੱਕ ਟਵੀਟ ਕੀਤਾ ਹੈ ਮਮਤਾ ਬੈਨਰਜੀ ਦੁਆਰਾ ਕਿ ਜਿਹੜਾ ਬੀਜੇਪੀ ਹੈ ਇੱਕ ਨਵਾਂ ਕ੍ਰੀਏਟ ਕਰ ਰਿਹਾ ਰਿਲੀਜਨ, ਜਿੱਥੇ ਨਫ਼ਰਤ ਤੇ ਉਹ ਕ੍ਰੀਏਟ ਹੋਏਗੀ, ਨਫ਼ਰਤ ਤੇ ਦੰਗੇ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਮਮਤਾ ਜੀ ਨੂੰ ਸਭ ਤੋਂ ਪਹਿਲੇ ਆਪਣੇ ਅੰਦਰ ਝਾਂਕ ਕੇ ਦੇਖਣਾ ਚਾਹੀਦਾ। ਮਮਤਾ ਜੀ ਦੇ ਉੱਥੇ ਰਾਜ ਦੇ ਵਿੱਚ ਸਾਡੇ ਜਿਹੜੇ ਦੇਸ਼ ਦੇ ਰਾਸ਼ਟਰੀ ਅਧਿਕਸ਼ ਆਦਰਨੀਏ ਜਗਤ ਪ੍ਰਕਾਸ਼ ਨੱਡਾ ਜੀ, ਉਹ ਉੱਥੇ ਗਏ ਵੈਸਟ ਬੰਗਾਲ ਦੇ ਵਿੱਚ। ਉਹਨਾਂ ਨੂੰ ਉੱਥੇ 2 ਵਾਰੀ ਉਹਨਾਂ ਦੇ ਉੱਤੇ ਹਮਲਾ, ਜਾਨਲੇਵਾ ਹਮਲਾ ਕੀਤਾ ਗਿਆ। ਔਰ ਸਾਡੀ ਪਿਛਲੀ ਲਗਭਗ 6 ਮਹੀਨੇ ਦੇ ਵਿੱਚ ਲਗਭਗ 100 ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਮਾਰ ਦਿੱਤਾ ਗਿਆ। ਇੱਕ ਵੀ ਅੱਜ ਤੱਕ ਉਹਨਾਂ ਨੇ ਬੰਦਾ ਨਹੀਂ ਫੜਿਆ, ਕੇਸ ਨਹੀਂ ਕੀਤਾ, ਉਹਨਾਂ ਨੂੰ ਜਿਹੜਾ ਹੈਗਾ ਅਰੈਸਟ ਨਹੀਂ ਕੀਤਾ। ਅੱਜ ਉਸ ਤੋਂ ਬਾਅਦ ਉੱਠ ਕੇ ਉਹ ਇਹ ਕਹਿਣਾ ਸ਼ੁਰੂ ਕਰਨ ਕਿ ਭਾਈ ਜਿਹੜੇ ਦੂਸਰੇ ਆਪਣਾ ਭਾਰਤੀ ਜਨਤਾ ਪਾਰਟੀ ਇੰਜ ਕਰ ਰਹੀ ਹੈ। ਮੈਨੂੰ ਲੱਗਦਾ ਕਿ ਉਹ ਇੱਕ ਬਚਪਨ 'ਚ ਮੁਹਾਵਰਾ ਪੜ੍ਹਦੇ ਹੁੰਦੇ ਸੀਗੇ, ਜੋ ਉਲਟਾ ਚੋਰ ਕਟਵਾਲ ਕੋ ਡਾਂਟੇ। ਮੈਨੂੰ ਲੱਗਦਾ ਉਹੀ ਉਹਨਾਂ ਉੱਤੇ ਉਹ ਸੱਚਾ ਪੈ ਰਿਹਾ। ਤੇ ਹੁਣ ਤੁਹਾਨੂੰ ਕੀ ਲੱਗਦਾ, ਕੀ ਉਮੀਦਾਂ ਨੇ, ਕੀ ਐਕਸਪੈਕਟੇਸ਼ਨਸ ਹੈ ਕਿ ਨਰਿੰਦਰ ਮੋਦੀ ਜੀ ਦਾ ਅਗਲਾ ਸਟੈਪ ਹੁਣ ਕੀ ਹੋ ਸਕਦਾ ਹੈ? ਜਿੱਦਾਂ ਅੱਜ ਉਹ ਗੁਜਰਾਤ ਵੀ ਮਿਲਣਗੇ ਨੇ ਕਿਸਾਨ ਭਾਈਆਂ ਨੂੰ, ਅੱਗੇ ਕੀ ਕਰ ਸਕਦੇ ਨੇ? ਕੀ ਕਿਸਾਨਾਂ ਨੂੰ ਜਿਹੜੀ ਰਾਜਨੀਤੀ ਹੈ, ਕਿਉਂਕਿ ਅੱਜ ਤੱਕ ਰਾਜਨੀਤੀ ਨੂੰ ਕੋਈ ਵੀ ਸਮਝ ਨਹੀਂ ਪਾਏਗੀ ਰਾਜਨੀਤੀ ਦਾ ਫੰਡਾ ਕੀ, ਏਜੰਡਾ ਕੀ ਹੈ? ਨਹੀਂ, ਸਾਰੇ ਸਮਝਦੇ ਆ ਜੀ। ਜਿਹੜੇ ਬੰਦੇ ਨੇ ਦੇਸ਼ ਸੇਵਾ ਦਾ ਕੰਮ ਕਰਨਾ ਹੈ ਉਹ ਇਹ ਸਭ ਜਾਣਦੇ ਆ। ਇਹ ਜਿਹੜੀਆਂ ਤਾਕਤਾਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀਆਂ ਨੇ, ਉਹ ਤਾਕਤਾਂ ਨੂੰ ਜਿਹੜਾ ਹੈਗਾ ਵੈ ਖਬਰਦਾਰ ਕਰਨ ਵਾਲਾ ਬੰਦਾ ਆਇਆ ਤੇ ਉਹ ਨਰਿੰਦਰ ਮੋਦੀ ਜੀ ਆਏ। ਉਹ ਆਏ ਨੇ ਤੇ ਤਾਂ ਹੀ ਇਹ ਸਾਰੇ ਬੰਦਿਆਂ ਨੂੰ ਇਹ ਲੱਗ ਰਿਹਾ ਹੈਗਾ ਕਿ ਭਾਈ ਮੋਦੀ ਜੀ ਦੇ ਖਿਲਾਫ ਜਿਹੜੀ ਹੈ ਨਾ ਉਹ ਕਰ ਲਓ। ਮੋਦੀ ਜੀ ਵਰਗਾ ਬੰਦਾ ਜਿਹਨੇ ਆਪਣੇ ਜ਼ਿੰਦਗੀ ਦੇ ਵਿੱਚ, ਤੁਸੀਂ ਦੇਖੋ ਕਿ ਜਿਹੜੇ ਘਰਾਂ 'ਚ ਬੈਠੇ ਸੀਗੇ 70 ਸਾਲ ਦੀ ਆਜ਼ਾਦੀ ਦੇ ਵਿੱਚ, ਜੜੀਆਂ ਭੈਣਾਂ ਨੂੰ ਉਹ ਕਿਨਾ ਅੰਗੀਠੀ ਬਾਲ ਕੇ, ਕੋਇਲਾ ਬਾਲ ਕੇ, ਕਿਨਾ ਲੱਕੜਾਂ ਬਾਲ ਕੇ, ਪਾਥੀਆਂ ਬਾਲ ਕੇ ਜਿਹੜੀ ਆਪਣੀ ਉਹ ਚਲਾਉਂਦੇ ਸੀਗੇ ਚੁੱਲ੍ਹਾ, ਉਹਨਾਂ ਦੇ ਘਰ ਜਾ ਕੇ ਉੱਥੇ ਉਹਨਾਂ ਨੂੰ ਚੁੱਲ੍ਹਾ ਗੈਸ ਦਾ ਦਿੱਤਾ, ਨਾਲ ਸਿਲੰਡਰ ਦਿੱਤਾ। ਅੱਜ 10 ਕਰੋੜ ਭੈਣਾਂ ਤੱਕ ਜਿਹੜਾ ਨਾ ਉਹ ਉਜਵਲਾ ਯੋਜਨਾ 'ਚ ਸਿਲੰਡਰ ਪਹੁੰਚ ਚੁੱਕਿਆ। ਕਿ ਅੱਜ ਤੱਕ ਕਿਸੇ ਨੇ ਸੋਚਿਆ ਸੀਗਾ ਕਿ ਜਾ ਕੇ ਤੁਸੀਂ ਇੱਕ ਥੱਲੇ ਜਾ ਕੇ ਇੱਕ ਬੰਦੇ ਨੂੰ, ਇੱਕ ਭੈਣ ਵਾਸਤੇ, ਕਿ ਜਿਨ੍ਹਾਂ ਦੇ ਫੇਫੜੇ ਗਲ ਜਾਂਦੇ ਸੀ, ਟੀਬੀ ਹੋ ਜਾਂਦਾ ਸੀਗਾ, ਉਹਨਾਂ ਨੂੰ ਉਹ ਫੂਕਾਂ ਮਾਰ ਕੇ ਕਰਦੇ ਸੀ ਆਪਣੇ ਪਰਿਵਾਰ ਨੂੰ ਖਵਾਉਣ ਵਾਸਤੇ। ਉਹਨਾਂ ਭੈਣਾਂ ਦਾ ਖਿਆਲ ਕੀਤਾ। ਦੂਜੇ ਪਾਸੇ ਦੇਖੋ ਤੇ ਉਹਨਾਂ ਨੇ ਇੱਥੋਂ ਤੱਕ ਸੋਚਿਆ ਕਿ ਭਾਈ ਭੈਣਾਂ ਦੀ ਜਿਹੜੀ ਆਪਣੇ ਬੱਚੀਆਂ ਵਾਸਤੇ, ਜਿਨ੍ਹਾਂ ਨੂੰ ਜੰਗਲ ਪਾਣੀ ਜਾਣਾ ਪੈਂਦਾ ਹੈਗਾ, ਉਹਨਾਂ ਨੂੰ ਟਾਇਲਟ ਬਣਾਉਣ ਵਾਸਤੇ ਅੱਜ 10 ਕਰੋੜ ਟਾਇਲਟ ਦੇਸ਼ 'ਚ ਬਣ ਗਏ। 10 ਕਰੋੜ ਘੱਟ ਸੀਗੇ ਤਾਂ ਹੀ ਬਣੇ ਨਾ ਜੀ, ਅਸਮਾਨ ਤੋਂ ਤੇ ਨਹੀਂ ਆ ਗਏ। ਕਿ ਕਿਆ ਜਿਹੜੇ ਹੁਕਮਰਾਨ ਪਹਿਲੇ ਸੀ ਉਹਨਾਂ ਨੂੰ ਦਿਖਦਾ ਨਹੀਂ ਸੀ ਵੀ ਸਾਡੀ ਜਨਤਾ ਕਿੱਥੇ ਕੀ ਹਾਲ ਹੈਗਾ? ਉਹਨਾਂ ਨੂੰ 10 ਕਰੋੜ ਉਹਨਾਂ ਨੂੰ ਇਹ ਬਣਾ ਕੇ ਉਹਨਾਂ ਨੂੰ ਦੇਣੇ ਪੈ ਗਏ, ਕਿ ਨਾ ਟਾਇਲਟ ਬਣਾ ਕੇ ਦੇਣੇ ਪੈ ਗਏ। ਫਿਰ ਉਸ ਤੋਂ ਅੱਗੇ ਵਧੋ ਤੁਸੀਂ ਕਿ ਜਿਹੜਾ ਆਪਣੀ ਕਿ ਨਾ ਵਿਗਿਆਨਿਕ ਤਰੱਕੀ ਦੇ ਵਿੱਚ ਉਹ ਜਿਹੜੇ ਉੱਪਰ ਜਾਂਦੇ ਸੀਗੇ ਸੈਟੇਲਾਈਟ ਜਿਹੜੇ ਹੈਗੇ ਆ, ਤੁਸੀਂ ਵੀ ਚੈਨਲ ਚਲਾਉਂਦੇ ਹੋ, ਸੈਟੇਲਾਈਟ ਦੇ ਬਿਨਾ ਚੈਨਲ ਨਹੀਂ ਚੱਲਦਾ। ਅੱਜ ਜਿਹੜੇ ਬਾਹਰ ਜਾ ਕੇ ਸੈਟੇਲਾਈਟ ਨੂੰ ਫਾਇਰ ਕਰਦੇ ਸੀਗੇ, ਅੱਜ ਹਿੰਦੁਸਤਾਨ ਤੋਂ ਸੈਟੇਲਾਈਟ ਚਲਾਉਣ ਵਾਸਤੇ 103 ਸੈਟੇਲਾਈਟ ਇੱਕੋ ਹੀ ਰਾਕੇਟ ਨਾਲ ਭੇਜਣ ਦਾ ਕੰਮ ਕੀਤਾ ਤੇ ਹਿੰਦੁਸਤਾਨ ਨੇ ਕਰਕੇ ਦਿਖਾਇਆ, ਜਿਹਦੇ ਵਿੱਚ 90 ਅਮਰੀਕਨ ਕੰਪਨੀਆਂ ਦੇ ਸੈਟੇਲਾਈਟ ਭੇਜ ਦਿੱਤੇ। ਜਿਹੜੀ ਚੀਜ਼ ਦਾ ਪਹਿਲੇ ਖਰਚਾ ਤੁਸੀਂ ਕਰਦੇ ਸੀ, ਅੱਜ ਉਹ ਲੋਕੀ ਤੁਹਾਨੂੰ ਪੇ ਕਰਕੇ ਤੁਹਾਡੇ ਤੋਂ ਕਰ ਰਹੇ। ਇੱਥੇ ਅੱਜ ਤੁਸੀਂ ਦੇਖੋ ਫੋਰਨ ਐਕਸਚੇਂਜ ਦਾ ਸਭ ਤੋਂ ਵੱਡਾ ਹੁਣ ਤੱਕ ਦਾ ਅਸੀਂ ਉਹਦੇ ਵੱਲ 600 ਬਿਲੀਅਨ ਅਸੀਂ ਜਿਹੜੇ ਹੈਗੇ ਆ ਉਹਦੇ ਡਾਲਰ ਦੇ ਉੱਤੇ ਅਸੀਂ ਅੱਜ ਉਹਦੇ ਤੇ ਪਹੁੰਚ ਗਏ ਹੈਗੇ।
ਅੱਜ ਉਹ ਕਿਵੇਂ ਹੋ ਰਿਹਾ ਜੀ? ਅੱਜ ਇਹ ਇੰਨਾ ਵੱਡਾ ਤੁਹਾਡੇ ਵਾਸਤੇ ਇੱਕ ਨੰਬਰ ਜਿਹੜਾ ਹੈਗਾ ਵੈ ਫੋਰਨ ਐਕਸਚੇਂਜ ਦਾ ਉਹ ਆ ਗਿਆ, ਤੇ ਇਹ ਇੰਜੀ ਘਰ ਬੈਠੇ ਹੋ ਗਿਆ। ਲੋਕੀ ਬਾਹਰ ਦੇ ਉਹ ਕਿਉਂ ਇੱਥੇ ਇਨਵੈਸਟਮੈਂਟ ਕਰ ਰਹੇ ਨੇ? ਅੱਜ ਤੁਸੀਂ ਦੇਖੋ ਦੇਸ਼ ਕਿਵੇਂ ਤਰੱਕੀ ਕਰ ਰਿਹਾ, ਬਾਹਰੋਂ ਇਨਵੈਸਟਮੈਂਟ ਆ ਰਹੀ ਹੈ। ਸਟਾਕ ਐਕਸਚੇਂਜ ਤੁਸੀਂ ਦੇਖੋ ਦੁਨੀਆ ਦਾ ਇਸ ਵੇਲੇ ਸਭ ਤੋਂ ਟੌਪ ਦੇ ਉੱਤੇ ਚੱਲ ਰਿਹਾ, ਲੋਕਾਂ ਦੀਆਂ ਇਨਵੈਸਟਮੈਂਟ ਆ ਰਹੀ ਹੈ। ਆਤਮ ਨਿਰਭਰ ਭਾਰਤ ਦੇ ਨਾਲ ਇਹਨਾਂ ਨੇ ਸਾਰੀਆਂ ਕੰਪਨੀਆਂ ਨੂੰ ਖੜੇ ਕਰਨ ਦਾ ਉਹ ਕੰਮ ਸ਼ੁਰੂ ਕੀਤਾ। ਨਾਲ ਹੀ ਨਾਲ ਇਹਨਾਂ ਨੇ ਜਿਹੜੀਆਂ ਛੋਟੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਬੈਂਕ ਤੋਂ ਕਿਵੇਂ ਸਪੋਰਟ ਦੇਣੀ ਹੈ ਉਹਦਾ ਕੰਮ ਸ਼ੁਰੂ ਕੀਤਾ। ਇਹਨਾਂ ਨੇ ਇੰਟਰਸਟ ਨੂੰ ਘਟਾਉਣ ਦਾ ਕੰਮ ਕੀਤਾ। ਉਹਦੇ ਨਾਲ ਹੀ ਨਾਲ ਜਿਹੜੇ ਬੰਦੇ ਨੇ ਗਲਤ ਤਰੀਕੇ ਦੇ ਨਾਲ ਬੈਂਕਾਂ ਦੇ ਨਾਲ ਹੇਰਾਫੇਰੀ ਕੀਤੀ ਆ ਉਹਨਾਂ ਨੂੰ ਫੜਨ ਦਾ ਵੀ ਕੰਮ ਸ਼ੁਰੂ ਕੀਤਾ। ਅੱਜ ਬਾਹਰ ਦੇ ਦੇਸ਼ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਲੱਗ ਰਿਹਾ ਕਿ ਹਿੰਦੁਸਤਾਨ ਇੱਕ ਉਭਰਦੀ ਹੋਈ ਇੱਕ ਜਿਹੜਾ ਹੈਗਾ ਕੰਟਰੀ ਦੇ ਤੌਰ ਦੇ ਉੱਤੇ ਸਾਹਮਣੇ ਆ ਰਿਹਾ। ਅੱਜ ਚਾਈਨਾ ਦੇ ਨਾਲ ਕਿੰਨੀ ਵਾਰੀ ਹੁੰਦਾ ਸੀ, 40 ਵਾਰੀ ਚਾਈਨਾ ਨੇ ਸਾਡੀ ਜ਼ਮੀਨ ਦੇ ਉੱਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਦੋਂ ਅੱਜ ਤੱਕ ਕਾਂਗਰਸ ਦੀਆਂ ਹੁਕੂਮਤਾਂ ਵੇਲੇ ਕਦੀ ਜਵਾਬ ਨਹੀਂ ਦਿੱਤਾ ਗਿਆ। ਲੇਕਿਨ ਨਰਿੰਦਰ ਮੋਦੀ ਜੀ ਦੀ ਸਰਕਾਰ ਸੀਗੀ, ਚਾਹੇ ਉਹ ਡੋਕਲਮ ਸੀਗਾ, ਚਾਹੇ ਉਹ ਇੱਥੇ ਸੀਗਾ ਲੇਹ ਲੱਦਾਖ ਸੀਗਾ, ਉਹਨਾਂ ਨੂੰ ਜਵਾਬ ਦਿੱਤਾ, ਉਹਨਾਂ ਨੂੰ ਪਿੱਛੇ ਕਰਕੇ ਜਿਹੜਾ ਹੈਗਾ ਉਹ ਕਰਕੇ ਦਿਖਾਇਆ। ਅੱਜ ਦੁਨੀਆ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਇੱਕ ਸਭ ਤੋਂ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਉੱਭਰ ਕੇ ਆਈ ਹੈ, ਔਰ ਉਹ ਸਾਡੇ ਲੀਡਰ ਜਿਹੜੇ ਹੈਗੇ ਆ ਉਹ ਨਰਿੰਦਰ ਮੋਦੀ ਜੀ ਦੀ ਸ਼ਖਸੀਅਤ ਹੈ, ਜਿਹਦੀ ਬਦੌਲਤ ਇਹ ਸਭ ਲੋਕ ਜੋ ਹੈਗੇ ਆ ਉਹ ਦੇਸ਼ ਦੀ ਅੱਜ ਇੱਕ ਅੱਗੇ ਵਧਣ ਦਾ ਔਰ ਦੇਸ਼ ਨੂੰ ਦੁਨੀਆ ਦੇ ਵਿੱਚ ਇੱਕ ਨਾਮ ਪੈਦਾ ਕਰਨ ਦਾ ਮੌਕਾ ਮਿਲ ਰਿਹਾ। ਮੈਨੂੰ ਲੱਗਦਾ ਆਉਣ ਵਾਲਾ ਭਵਿੱਖ ਸਾਡੇ ਦੇਸ਼ ਦਾ ਬਹੁਤ ਵਧੀਆ। ਮੁਸਲਿਮ ਭੈਣਾਂ ਵਾਸਤੇ ਜਿਸ ਤਰੀਕੇ ਦੇ ਨਾਲ ਟ੍ਰਿਪਲ ਤਲਾਕ ਨੂੰ ਖਤਮ ਕੀਤਾ, ਅੱਜ ਤੱਕ ਇੱਥੋਂ ਦੀ ਜਿਹੜਾ ਹੈਗਾ ਤੁਸੀਂ ਦੇਖੋ ਉਹਨਾਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ, ਉਹਨਾਂ ਨੇ ਤੇ ਉਹ ਜਿਹੜਾ ਸ਼ਾਹਬਾਨੋ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਉਹਨੂੰ ਚੇਂਜ ਕਰਨ ਵਾਸਤੇ, ਜਿਹੜਾ ਕੋਰਟ ਦੇ ਫੈਸਲੇ ਨੂੰ ਬਦਲਣ ਵਾਸਤੇ ਜਿਹੜਾ ਹੈਗਾ ਪਿਛਲੇ ਟਾਈਮ ਤੋਂ ਰੈਟਰੋਸਪੈਕਟਿਵ ਇਫੈਕਟ ਤੋਂ ਲਾਅ ਬਣਾ ਦਿੱਤਾ ਸੀਗਾ। ਲੇਕਿਨ ਸਾਡੀ ਸਰਕਾਰ ਨੇ ਤੇ ਭੈਣਾਂ ਦੀ ਮਦਦ ਕਰਨ ਵਾਸਤੇ ਉਹਨੂੰ ਟ੍ਰਿਪਲ ਤਲਾਕ ਨੂੰ ਖਤਮ ਕੀਤਾ। ਅੱਜ ਇਹੋ ਜਿਹੇ ਫੈਸਲੇ ਲੈਣ ਦੀ ਹਿੰਮਤ ਕਰਨ ਵਾਲਾ ਜਿਹੜਾ ਹੈਗਾ ਉਹ ਵਿਅਕਤੀ ਦਾ ਨਾਮ ਹੈ ਨਰਿੰਦਰ ਮੋਦੀ। ਉਹ ਵਿਅਕਤੀ ਜਿਹਨੇ ਜਿਹੜੇ ਹੈਗੇ ਆ ਆਪਣਾ ਜ਼ਮੀਨ ਤੇ ਰਹਿ ਕੇ, ਲੋਕਾਂ ਦੇ ਵਿੱਚ ਰਹਿ ਕੇ ਜਿਹੜੀ ਚੀਜ਼ ਨੂੰ ਮਹਿਸੂਸ ਕੀਤਾ ਉਹਨੂੰ ਕਰਕੇ ਦਿਖਾਇਆ। ਤੁਸੀਂ ਦੇਖੋ 12 ਸਾਲ ਉਹਨਾਂ ਨੇ ਇੱਕ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕੰਮ ਕੀਤਾ, ਔਰ ਅੱਜ ਗੁਜਰਾਤ ਜਿਹੜਾ ਹੈਗਾ ਵੈ ਦੁਨੀਆ ਦੇ ਵਿੱਚ ਇੱਕ ਜਿਹੜਾ ਹੈਗਾ ਸਭ ਤੋਂ ਅੱਗੇ ਵਧਣ ਵਾਲਾ ਇੱਕ ਐਸਾ ਰਾਜ ਬਣ ਗਿਆ। ਹੁਣ ਤੁਸੀਂ ਦੇਖੋਗੇ ਆਪਣਾ ਦੇਸ਼ ਵੀ ਉਸ ਹਿਸਾਬ ਦੇ ਨਾਲ ਈਜ਼ ਆਫ ਲਿਵਿੰਗ ਦੇ ਵਿੱਚ, ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਸਾਡਾ ਦੇਸ਼ ਨੇ ਉਹ ਕੋਈ 40 ਪੁਆਇੰਟਸ ਜਿਹੜੇ ਹੈਗੇ ਆ ਉੱਪਰ ਆ ਗਿਆ ਉਹਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ। ਤੁਸੀਂ ਦੇਖੋਗੇ ਕਿ ਅੱਜ ਜਿਹੜੀ ਕੰਟਰੀਆਂ ਦੇ ਵਿੱਚ ਇਨਵੈਸਟਮੈਂਟ ਜਾ ਰਹੀ ਹੈ, ਲੋਕੀ ਦੂਸਰੀਆਂ ਕੰਟਰੀਆਂ 'ਚੋਂ ਪੈਸਾ ਕੱਢ ਕੇ ਉਹ ਸਾਡੇ ਦੇਸ਼ ਵੱਲ ਇਨਵੈਸਟ ਕਰ ਰਹੇ। ਉਹ ਕਿਉਂ ਕਰ ਰਹੇ ਨੇ? ਉਹਨਾਂ ਨੂੰ ਪਤਾ ਹੈ ਕਿ ਇੱਥੇ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ, ਇੱਥੇ ਡੈਮੋਕ੍ਰੇਸੀ ਹੈ, ਇੱਥੇ ਹਰ ਤਰ੍ਹਾਂ ਦਾ ਬੰਦਾ ਮਹਿਫੂਜ਼ ਹੈਗਾ, ਇੱਥੇ ਕੋਈ ਕਿਸੇ ਦੇ ਨਾਲ ਕੋਈ ਗਲਤ ਜਿਹੜਾ ਹੈਗਾ ਵਾ ਇਹੋ ਜਿਹਾ ਵਿਵਹਾਰ ਨਹੀਂ ਹੋਏਗਾ, ਕਿਉਂਕਿ ਮੋਦੀ ਜੀ ਦੀ ਸਰਕਾਰ ਹੈਗੀ। ਸੋ ਮੈਨੂੰ ਇਹ ਸਾਰਾ ਜਾਪਦਾ ਹੈ ਕਿ ਅੱਜ ਪੂਰੀ ਦੁਨੀਆ ਇਸ ਚੀਜ਼ ਨੂੰ ਦੇਖ ਰਹੀ ਹੈ, ਔਰ ਸਾਰੇ ਜਿੰਨੇ ਇਹ ਮਹਿਸੂਸ ਵੀ ਕਰਨਗੇ ਕਿ ਹੁਣ ਸਮੇਂ ਆ ਗਿਆ ਕਿ ਹੁਣ ਤੁਹਾਨੂੰ ਸਭ ਨੂੰ ਮੋਦੀ ਜੀ ਦੇ ਨਾਲ ਖੜੇ ਹੋ ਕੇ ਦੇਸ਼ ਵਾਸਤੇ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਜੀਐਸਟੀ ਜਿਹੜਾ ਲਗਾਇਆ ਨਾ ਫੂਡ ਤੇ, ਜੀਐਸਟੀ ਦੇ ਵੀ ਲੋਕ ਕਹਿੰਦੇ ਨੇ ਕਿ ਜੀਐਸਟੀ ਲਗਾਤਾ, ਅਸੀਂ ਸੋਚ ਕੇ ਖਾਣੇ ਇਹ ਚੀਜ਼ ਖਾਈਏ ਕਿ ਨਾ ਖਾਈਏ। ਜੀਐਸਟੀ ਵਿੱਚ ਵੀ ਮੋਦੀ ਜੀ ਨੂੰ ਵੀ ਉਹ ਗੁਨੇਗਾਰ ਕਹਿੰਦੇ ਵੀ ਜੀਐਸਟੀ ਉਹਨਾਂ ਦੀ ਬਦੌਲਤ ਹੀ ਹੋਇਆ। ਨਹੀਂ, ਜੀਐਸਟੀ ਦੇ ਵਿੱਚ ਕੋਈ ਅੱਜ ਜੀਐਸਟੀ ਹੋ ਗਿਆ 2016 ਦੇ ਵਿੱਚ, ਅੱਜ ਤੇ ਜੀਐਸਟੀ ਕੋਈ ਮੁੱਦਾ ਹੀ ਨਹੀਂ ਹੈ। ਅੱਜ ਕਾਹਦਾ ਮੁੱਦਾ? ਤੁਸੀਂ ਦੇਖੋਗੇ ਜਿਹੜੀ ਪਿਛਲੇ ਸਾਲ ਦੀ ਸਤੰਬਰ 'ਚ ਜੀਐਸਟੀ ਕਲੈਕਸ਼ਨ ਸੀ, ਉਸ ਤੋਂ ਵੱਧ ਐਤਕੀ ਸਤੰਬਰ 'ਚ ਜੀਐਸਟੀ ਕਲੈਕਸ਼ਨ ਹੋ ਗਈ। ਕਰੋਨਾ ਕਾਲ ਦੇ ਵਿੱਚ ਉਹ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਉਹ ਆ ਗਈ। ਤੁਸੀਂ ਦੇਖੋ ਕਿ ਜੀਐਸਟੀ ਕਰਕੇ ਇੱਕ ਬਿਜ਼ਨਸ ਨੂੰ ਜਿਹੜਾ ਹੈਗਾ ਵਨ ਕੰਟਰੀ ਵਨ ਟੈਕਸ, ਵਨ ਕੰਟਰੀ ਵਨ ਮਾਰਕੀਟ, ਵਨ ਕੰਟਰੀ ਵਨ ਫਾਸਟੈਗ, ਵਨ ਕੰਟਰੀ
ਇਹ ਜਿਹੜਾ ਹੈਗਾ ਵਨ ਆਧਾਰ ਕਾਰਡ, ਤੁਸੀਂ ਦੇਖੋ ਵਨ ਕੰਟਰੀ ਵਨ ਗ੍ਰਿਡ, ਤੁਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਦੇਖੋ ਦੇਸ਼ ਨੇ ਇਹ ਕੀਤਾ ਕਿ ਜੋ ਸਾਰੇ ਦੇਸ਼ ਦੇ ਵਿੱਚ ਇੱਕ ਕਾਨੂੰਨ ਦੇ ਨਾਲ ਉਹ ਕੰਮ ਚੱਲੇਗਾ। ਤੇ ਜੀਐਸਟੀ ਇੱਕ ਉਹਦਾ ਇਹ ਜਿਹੜੇ ਰਿਫਾਰਮਸ ਦਾ ਇੱਕ ਬਹੁਤ ਵੱਡਾ ਇੱਕ ਉਹ ਸੀਗਾ। 27 ਤਰ੍ਹਾਂ ਦਾ ਟੈਕਸ ਲਗਾਉਣੇ ਪੈਂਦੇ ਸੀ ਲੋਕਾਂ ਨੂੰ ਇੱਕ ਬਿੱਲ ਦੇ ਵਿੱਚ ਆਪਣਾ ਕਰਨ ਵਾਸਤੇ। ਅੱਜ ਉਹਨਾਂ ਨੂੰ ਸਿੰਗਲ ਜਗ੍ਹਾ ਦੇ ਉੱਤੇ ਉਹ ਸਾਰਾ ਕਰਕੇ ਉਹ ਕੰਮ ਕਰ ਸਕਦੇ ਨੇ। ਤੋ ਜੀਐਸਟੀ ਤੇ ਇੱਕ ਐਸੀ ਦੇਣ, ਲੋਕਾਂ ਦਾ ਕਹਿਣਾ ਸੀ ਕਿ ਜਿਹੜੀ ਕੰਟਰੀ ਨੇ ਜੀਐਸਟੀ ਲਾਤਾ ਉਹਦੀ ਸਰਕਾਰ ਰਿਪੀਟ ਨਹੀਂ ਹੋਈ, ਇਹ ਵੀ ਕਈਆਂ ਨੇ ਆਖਿਆ ਸੀਗਾ। ਔਰ ਉਹਦੀ ਤੁਸੀਂ ਦੇਖੋ ਕਿ ਜਿੰਨੇ 2014 ਚ ਸਾਡੀਆਂ ਸੀਟਾਂ ਸੀਗੀਆਂ ਉਹਦੇ ਤੋਂ 20 ਸੀਟਾਂ ਵੱਧ ਕੇ ਹੀ ਸਾਡੀ ਕਿੰਨਾ ਪਾਰਟੀ ਦੀਆਂ ਸੀਟਾਂ ਆਈਆਂ, ਸਰਕਾਰ ਵੀ ਰਿਪੀਟ ਹੋਈ। ਉਹ ਲੋਕਾਂ ਨੂੰ ਲੱਗਿਆ ਕਿ ਭਾਈ ਇਹ ਸਹੀ ਚੀਜ਼ ਹੈ, ਤਾਂ ਹੀ ਹੋਇਆ ਨਾ ਜੀ। ਤਾਂ ਮੈਨੂੰ ਤੇ ਇਹ ਲੱਗਦਾ ਕਿ ਇਹ ਜਿਹੜਾ ਹੈਗਾ ਵਾ ਟਾਈਮ ਜਿਹੜਾ ਮੋਦੀ ਜੀ ਦੇ ਨਾਲ ਖੜੇ ਹੋ ਕੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨ। ਸੰਜੇ ਜੀ, ਜਾਂਦੇ ਜਾਂਦੇ ਤੋਂ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਹੁਣ ਕੀ ਉਮੀਦ ਦੀ ਕਿਰਨ ਨਜ਼ਰ ਆ ਰਹੀ ਕਿ ਜਿਹੜਾ ਇਹ ਕਿਸਾਨਾਂ ਨੂੰ ਹੱਕ ਹੈ ਮਿਲਦਾ ਨਜ਼ਰ ਆ ਰਿਹਾ? ਤੇ ਨਾਲ ਇੱਕ ਸਵਾਲ ਹੈ ਕਿ ਤੁਸੀਂ ਹਰ ਮੰਗਲਵਾਰ ਵੀਕਲੀ ਲੰਗਰ ਲਗਾਉਂਦੇ ਹੋ ਸੈਕਟਰ 18 ਦੇ ਮੰਦਿਰ ਵਿੱਚ, ਉਹਦੇ ਬਾਰੇ ਵੀ ਜਾਂਦੇ ਜਾਂਦੇ ਦੱਸ ਦਿਓ ਕਿਉਂਕਿ ਬੀਜੇਪੀ ਹਰ ਤਰ੍ਹਾਂ ਦਾ ਸੋਸ਼ਲ ਵਰਕ ਨਾਲ ਜੁੜਿਆ ਹੋਇਆ ਹੈ। ਦੇਖੋ, ਹਰ ਬੰਦੇ ਨੂੰ ਆਪਣੇ ਢੰਗ ਦੇ ਨਾਲ ਜਿੰਨੀ ਉਹਦੀ ਸਮਰੱਥਾ ਹੋਵੇ ਉਹਨੂੰ ਜਨ ਸੇਵਾ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਔਰ ਜਿਹੜਾ ਹੈਗਾ ਮਾਨਵ ਸੇਵਾ ਹੀ ਮਾਧਵ ਸੇਵਾ, ਅਸੀਂ ਇਹੋ ਜਿਹੇ ਮੂਲ ਮੰਤਰ ਦੇ ਨਾਲ ਅਸੀਂ ਪਰਿਵਾਰ ਤੋਂ ਸਿੱਖ ਕੇ ਆਪਾਂ ਅੱਗੇ ਚੱਲੇ ਆ। ਅਸੀਂ ਉਸ ਢੰਗ ਦੇ ਨਾਲ ਚਾਹੇ ਲੰਗਰ ਲਗਾਉਣ ਦਾ ਕੰਮ, ਚਾਹੇ ਸਾਡਾ ਜਿਹੜਾ ਟਰਸਟ ਹੈਗਾ ਉਹਦੇ ਵਿੱਚ ਅਸੀਂ 33 ਬਲੱਡ ਡੋਨੇਸ਼ਨ ਕੈਂਪ ਲਗਾ ਚੁੱਕੇ ਹਾਂ। ਅਸੀਂ ਹਰ ਮਹੀਨੇ ਵਿਧਵਾਵਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਰਾਸ਼ਨ ਦੀ ਕਿੱਟ ਦੇਣ ਦਾ ਕੰਮ ਅੱਜ ਹਰ ਮਹੀਨੇ ਕੋਈ ਲਗਭਗ 50 ਭੈਣਾਂ ਦੇ ਘਰ ਪਹੁੰਚਾ ਰਹੇ ਹਾਂ। ਕਰੋਨਾ ਟਾਈਮ ਦੇ ਵਿੱਚ ਵੀ ਅਸੀਂ ਉਹਨਾਂ ਦੇ ਘਰ ਰਾਸ਼ਨ ਕਿੱਟ ਪਹੁੰਚਾ ਰਹੇ ਹਾਂ। ਸਾਡੀ ਜਿਹੜਾ ਟਰਸਟ ਦੇ ਮਾਧਿਅਮ ਨਾਲ ਜਿਹੜੇ ਕੈਂਸਰ ਪੇਸ਼ੈਂਟਸ ਨੂੰ ਉਹਦੇ ਵਿੱਚ ਵੀ ਅਸੀਂ ਜਿਹੜਾ ਉਹਨਾਂ ਨੂੰ ਜਿਹੜੀ ਕੀਮੋਥੈਰੇਪੀ ਦੀ ਕਿੱਟ ਜਿਹੜੀ ਹੈਗੀ ਆ ਉਹਦਾ ਦੇਣ ਦਾ ਕੰਮ ਕਰ ਰਹੇ ਹਾਂ। ਪੀਜੀਆਈ ਦੇ ਵਿੱਚ ਸਾਡੇ 3-4 ਹੋਰ ਵੀ ਪ੍ਰੋਜੈਕਟ ਇਸ ਤਰ੍ਹਾਂ ਚੱਲ ਰਹੇ ਨੇ। ਤੋ ਜਿਹੜਾ ਅਸੀਂ ਪਹਿਲੇ ਇੱਕ ਕਲੋਨੀ 'ਚ ਸਕੂਲ ਬਣਾ ਕੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਕੰਮ ਸ਼ੁਰੂ ਕੀਤਾ ਸੀਗਾ। ਇਸ ਤਰ੍ਹਾਂ ਕਰਕੇ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਆਪਣੇ ਵੱਲੋਂ ਸੇਵਾ ਭਾਵ ਦੇ ਨਾਲ ਕੰਮ ਕਰਦੇ ਰਹਿਣਾ ਚਾਹੀਦਾ। ਕੋਈ ਪੋਲਿਟਿਕਸ ਕਰਨਾ ਹਰ ਬੰਦੇ ਦਾ ਜਿਹੜਾ ਉਹ ਕੰਮ ਨਹੀਂ ਹੈਗਾ। ਤੁਸੀਂ ਸੇਵਾ ਕਰੋ, ਉਹ ਤੁਹਾਡੀ ਸੇਵਾ ਵੇਖ ਕੇ ਲੋਕੀ ਆਪਣੇ ਆਪ ਤੁਹਾਨੂੰ ਕਿਤੇ ਨਾ ਕਿਤੇ ਗਾਂਹ ਪਹੁੰਚਾ ਦਿੰਦੇ ਆ। ਲੇਕਿਨ ਜਿਹੜੇ ਬੰਦੇ ਨੇ ਸੇਵਾ ਨਾ ਕਰਕੇ ਸਿਰਫ ਕੁਰਸੀ ਤੇ ਬਹਿਣ ਦੀ ਕੋਸ਼ਿਸ਼ ਕੀਤੀ ਹੈ, ਉਹਨੇ ਘੁੰਮਣ ਫਿਰਨ ਦਾ ਕੰਮ ਕੀਤਾ, ਉਹਨੇ ਸੈਰ ਸਪਾਟੇ ਦਾ ਕੀਤਾ, ਪਰਿਵਾਰ ਦਾ ਨਾਮ ਯੂਜ਼ ਕੀਤਾ, ਲੇਕਿਨ ਉਹਨਾਂ ਨੇ ਕੋਈ ਤਪ ਨਹੀਂ ਕੀਤਾ, ਕੋਈ ਮਦਦ ਨਹੀਂ ਕੀਤੀ, ਕੋਈ ਕਿਸੇ ਦੀ ਕੋਈ ਵਾਸਤੇ ਕੋਈ ਸੇਵਾ ਨਹੀਂ ਕੀਤੀ। ਉਹ ਬੰਦੇ ਜਿਸ ਤਰੀਕੇ ਨਾਲ ਪੋਲਿਟਿਕਸ ਦੇ ਵਿੱਚ ਆਉਂਦੇ, ਇਹੋ ਜਿਹਾ ਟਾਈਮ ਹੁਣ ਪੋਲਿਟਿਕਸ ਦੇ ਵਿੱਚ ਉਹਨਾਂ ਲੋਕਾਂ ਦਾ ਨਹੀਂ ਰਿਹਾ। ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਸੰਜੇ ਟੰਡਨ ਜੀ ਜਿਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਦੇਸ਼ ਲਈ ਚੰਗਾ ਹੀ ਸੋਚ ਰਹੇ ਨੇ, ਭਲਾ ਹੀ ਸੋਚ ਰਹੇ ਨੇ। ਤੁਸੀਂ ਬੈਠ ਕੇ ਆਰਾਮ ਨਾਲ ਠੰਡੇ ਦਿਮਾਗ ਨਾਲ ਸੋਚੋ ਕਿ ਉਹ ਦੇਸ਼ ਲਈ ਸੇਵਾ ਕਰ ਰਹੇ ਨੇ। ਪਹਿਲਾਂ ਕਰੋਨਾ ਕਾਲ 'ਚ ਵੀ ਲੋਕਾਂ ਦਾ ਭਲਾ ਹੀ ਸੋਚਿਆ ਤੇ ਇਸ ਸਮੇਂ ਜੋ ਦੇਸ਼ ਲੜ ਰਿਹਾ ਕਰੋਨਾ ਕਾਲ ਨਾਲ, ਕਰੋਨਾ ਕਾਲ 'ਚ ਕਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ, ਮੋਦੀ ਜੀ ਨਾਲ ਖੜੋ, ਉਹਨਾਂ ਦੀ ਪਾਲਿਸੀ ਨੂੰ ਸਮਝੋ, ਨਾ ਕਿ ਤੁਸੀਂ ਉਹਨਾਂ ਨੂੰ ਬੁਰਾ ਕਹੋ ਕਿ ਜੋ ਕੁਝ ਕਰ ਰਹੇ। ਜੀਐਸਟੀ ਵੀ ਕਿਸੇ ਨਾ ਕਿਸੇ ਚੀਜ਼ ਨੇ ਉਹਨਾਂ ਨੇ ਆਪਣੀ ਕਿਸੇ ਲੋਕਾਂ ਦੀ ਭਲਾਈ ਲਈ ਲਗਾਇਆ ਕਿ ਲੋਕਾਂ ਨੂੰ ਸਮਝ ਹੋਵੇ ਪੈਸੇ ਦੀ, ਲੋਕਾਂ ਨੂੰ ਖਾਣ ਤੋਂ ਪਹਿਲਾਂ ਸੋਚਣਗੇ ਅਸੀਂ ਫालतू ਪੈਸੇ ਬਰਬਾਦ ਕਰੀਏ ਜਾਂ ਫਿਰ ਨਾ ਕਰੀਏ। ਤੇ ਨਾਲ ਇਹਨਾਂ ਨੇ ਇਹ ਕਿਹਾ ਕਿ ਬੀਜੇਪੀ ਚੰਗੇ ਸੋਸ਼ਲ ਵਰਕ ਸਮਾਜ ਸੇਵਾਵਾਂ ਲਈ ਜਾਣਿਆ ਜਾਂਦਾ ਹੈ, ਉਹ ਅਸੀਂ ਕਰ ਰਹੇ ਹਾਂ, ਲਗਾਤਾਰ ਇੰਨੇ ਸਾਲ ਤੋਂ ਕਰਦੇ ਆ ਰਹੇ ਨੇ। ਪਰ ਤੁਸੀਂ ਆਪਣੇ ਵਿਚਾਰ ਇਸ ਬਾਰੇ ਜਿਹੜੇ ਹੈਗੇ ਸਾਂਝੇ ਕਰ ਸਕਦੇ ਹੋ। ਬਣੇ ਰਹੋ TV NRI ਨਾਲ।